नमस्ते बच्चों, स्वागत है ਤੁਹਾਡਾ ਜਮਾਤ 9ਵੀਂ ਵਿੱਚ। ਮੈਂ ਸੁਨੀਤਾ ਰਾਣੀ ਅੱਜ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਤੁਹਾਡੀ ਪਾਠ ਪੁਸਤਕ ਵੰਨਗੀ ਵਿੱਚੋਂ ਡਾਕਟਰ ਦਲੀਪ ਕੌਰ ਟਿਵਾਣਾ ਦੀ ਲਿਖੀ ਹੋਈ ਕਹਾਣੀ ਬੱਸ ਕੰਡਕਟਰ। ਲੇਕਿਨ ਇਸ ਤੋਂ ਪਹਿਲਾਂ ਆਪਾਂ ਕਰ ਲੈਂਦੇ ਹਾਂ ਦਲੀਪ ਕੌਰ ਟਿਵਾਣਾ ਜੀ ਬਾਰੇ ਇੱਕ ਛੋਟੀ ਜਿਹੀ ਜਾਣ ਪਹਿਚਾਣ। ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਈਸਵੀ ਨੂੰ ਪਿੰਡ ਰੱਬੋ ਵਿਖੇ ਮਾਤਾ ਚੰਦ ਕੌਰ ਦੀ ਕੁੱਖੋਂ ਅਤੇ ਪਿਤਾ ਸ਼੍ਰੀ ਕਾਕਾ ਸਿੰਘ ਦੇ ਘਰ ਹੋਇਆ। ਛੋਟੀ ਉਮਰੇ ਹੀ ਉਹਨਾਂ ਦੀ ਭੂਆ ਉਹਨਾਂ ਨੂੰ ਪਟਿਆਲੇ ਲੈ ਆਈ। 1955 ਈਸਵੀ ਵਿੱਚ MA ਪਾਸ ਕਰਨ ਉਪਰੰਤ ਦਲੀਪ ਕੌਰ ਟਿਵਾਣਾ ਸਰਕਾਰੀ ਕਾਲਜ ਧਰਮਸ਼ਾਲਾ ਵਿਖੇ ਲੈਕਚਰਾਰ ਲੱਗ ਗਏ। 1963 ਈਸਵੀ ਵਿੱਚ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਲੈਕਚਰਾਰ ਲੱਗ ਗਏ। ਇੱਥੇ ਹੀ ਉਹਨਾਂ ਨੇ ਬਤੌਰ ਰੀਡਰ, ਪ੍ਰੋਫੈਸਰ ਅਤੇ ਡੀਨ ਦੀਆਂ ਸੇਵਾਵਾਂ ਨਿਭਾਈਆਂ ਅਤੇ ਇੱਥੋਂ ਹੀ ਸੇਵਾ ਮੁਕਤ ਹੋਏ। ਅੱਜ ਕੱਲ੍ਹ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਲਾਈਫ ਫੈਲੋ ਹਨ। ਦਲੀਪ ਕੌਰ ਟਿਵਾਣਾ ਨੇ ਆਪਣਾ ਸਾਹਿਤਕ ਜੀਵਨ ਕਹਾਣੀਆਂ ਲਿਖਣ ਨਾਲ ਸ਼ੁਰੂ ਕੀਤਾ। 21 ਸਾਲ ਦੀ ਉਮਰ ਵਿੱਚ ਉਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਪ੍ਰਬਲ ਬੈਨ ਛਪਿਆ। ਤ੍ਰਾਂਟਾ, ਸਾਧਨਾ, ਵੇਦਨਾ, ਵੈਰਾਗੀ ਨੈਣ, ਤੂੰ ਭਰੀ ਹੁੰਗਾਰਾ ਆਦਿ ਉਹਨਾਂ ਦੀ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। ਉਹਨਾਂ ਨੇ ਨਾਵਲ ਖੇਤਰ ਵਿੱਚ ਬੜਾ ਯੋਗਦਾਨ ਪਾਇਆ ਹੈ। ਉਹਨਾਂ ਦੇ ਨਾਵਲ ਅਗਨੀ ਪ੍ਰੀਖਿਆ, ਵਾਟ ਹਮਾਰੀ, ਦਿੱਲੀ ਦਾ ਨਿਸ਼ਾਨ, ਪੈਟਚਾਲ, ਸੂਰਜ ਤੇ ਸਮੁੰਦਰ ਆਦਿ ਹਨ। ਉਹਨਾਂ ਦੇ ਪ੍ਰਸਿੱਧ ਨਾਵਲ ਇਹੋ ਹਮਾਰਾ ਜੀਵਨਾ ਅਤੇ ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਇਸ ਨਾਵਲ ਉੱਤੇ TV ਸੀਰੀਅਲ ਵੀ ਬਣਿਆ। ਅਰਿਨ ਪੱਤਰਾਂ ਦਾ ਨਾਵਲ ਉੱਤੇ ਫਿਲਮ ਵੀ ਬਣ ਚੁੱਕੀ ਹੈ। ਦਲੀਪ ਕੌਰ ਟਿਵਾਣਾ ਨੇ ਸਵੈਜੀਵਨੀ, ਨੰਗੇ ਪੈਰਾਂ ਦਾ ਸਫ਼ਰ ਅਤੇ ਸਾਹਿਤਿਕ ਸਵੈਜੀਵਨੀ ਪੁੱਛਦੇ ਹੋ ਤਾਂ ਸੁਣੋ ਲਿਖੀਆਂ ਹਨ। ਦਲੀਪ ਕੌਰ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਸਨਮਾਨ ਨਾਲ ਅਲੰਕ੍ਰਿਤ ਕੀਤਾ ਗਿਆ। ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬੀ ਸਾਹਿਤ ਰਤਨ ਐਵਾਰਡ ਵੀ ਮਿਲਿਆ। ਇਹਨਾਂ ਤੋਂ ਇਲਾਵਾ ਉਹਨਾਂ ਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਕਾਨਫਰੰਸਾਂ ਦੇ ਵਿੱਚ ਵੀ ਪ੍ਰਧਾਨਗੀਆਂ ਵੀ ਕੀਤੀਆਂ। ਕਲਕੱਤਾ, ਕਰਨਾਟਕ, ਕੈਨੇਡਾ, ਅਮਰੀਕਾ, ਪਾਕਿਸਤਾਨ ਆਦਿ ਤੋਂ ਵੀ ਆਪ ਨੂੰ ਸਨਮਾਨ ਪ੍ਰਾਪਤ ਹੋਏ। ਦਲੀਪ ਕੌਰ ਟਿਵਾਣਾ ਦੀਆਂ ਕਈ ਪੁਸਤਕਾਂ ਦੂਜੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਡਾਕਟਰ ਟਿਵਾਣਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵੀ ਰਹੇ। ਇਸ ਤੋਂ ਪਹਿਲਾਂ ਕਿ ਅਸੀਂ ਕਹਾਣੀ ਕਰੀਏ, ਆਪਾਂ ਇਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲੈ ਲੈਂਦੇ ਹਾਂ। ਇਸ ਕਹਾਣੀ ਵਿੱਚ ਉਹਨਾਂ ਨੇ ਸੱਚੇ ਅਤੇ ਪਵਿੱਤਰ ਪ੍ਰੇਮ ਦਾ ਪ੍ਰਗਟਾ ਕੀਤਾ ਹੈ। ਇਹ ਇੱਕ ਮਨੋਵਿਗਿਆਨਿਕ ਕਹਾਣੀ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਇੱਕ ਬੱਸ ਕੰਡਕਟਰ ਆਪਣੀ ਜਵਾਨ ਭੈਣ ਮਰ ਜਾਣ ਤੇ ਆਪਣੇ ਦਿਲ ਅੰਦਰ ਇੱਕ ਸੱਖਣਾਪਨ ਲਈ ਫਿਰਦਾ ਹੈ। ਮਰੀ ਹੋਈ ਭੈਣ ਦੀ ਯਾਦ ਉਸ ਨੂੰ ਮਨ ਵਿੱਚ ਡੂੰਘੀ ਉਕਰੀ ਹੋਈ ਹੈ, ਜਿਸ ਕਰਕੇ ਉਹ ਸੰਸਾਰ ਦੀ ਹਰ ਲੜਕੀ ਵਿੱਚੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਅਚਾਨਕ ਇੱਕ ਲੇਡੀ ਡਾਕਟਰ ਵਿੱਚੋਂ ਉਸਦੀ ਭੈਣ ਦੇ ਗੁਆਚੇ ਹੋਏ ਨਕਸ਼ ਉਸਨੂੰ ਨਜ਼ਰ ਆਉਂਦੇ ਹਨ ਤਾਂ ਉਸ ਵੱਲ ਖਿੱਚਿਆ ਜਾਂਦਾ ਹੈ। ਸੱਚਮੁੱਚ ਹੀ ਉਹ ਲੇਡੀ ਡਾਕਟਰ ਉਸਨੂੰ ਆਪਣੀ ਭੈਣ ਨਜ਼ਰ ਆਉਣ ਲੱਗ ਪੈਂਦੀ ਹੈ। ਫਿਰ ਭਲਾ ਇੱਕ ਭਰਾ ਆਪਣੀ ਭੈਣ ਤੋਂ ਟਿਕਟ ਦੇ ਪੈਸੇ ਕਿਵੇਂ ਲੈ ਸਕਦਾ ਹੈ? ਇਹ ਇੱਕ ਭਾਵਨਾਤਮਕ ਕਹਾਣੀ ਹੈ ਜਿਸ ਨੂੰ ਦਲੀਪ ਕੌਰ ਟਿਵਾਣਾ ਨੇ ਕਲਾਮਈ ਸ਼ੈਲੀ ਦੇ ਵਿੱਚ ਪੇਸ਼ ਕੀਤਾ ਹੈ। ਤੇ ਚਲੋ ਬੱਚਿਓ ਕਰਦੇ ਹਾਂ ਆਪਾਂ ਇਹ ਕਹਾਣੀ ਬੱਸ ਕੰਡਕਟਰ। ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ ਹੈ। ਘਰ ਵਾਲੇ ਕੋਸ਼ਿਸ਼ ਕਰ ਰਹੇ ਹਨ ਕਿ ਬਦਲੀ ਰੁਕਵਾ ਲਈ ਜਾਵੇ, ਜਿਸ ਕਰਕੇ ਉਹ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਕੇ ਹਰ ਰੋਜ਼ ਬੱਸ 'ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਤੇ ਹੱਥ ਨੂੰ ਪਰਤ ਆਉਂਦੀ। ਤਾਂ ਲੇਡੀ ਡਾਕਟਰ ਦਾ ਨਾਂ ਕੀ ਸੀ? ਪਾਲੀ। ਉਹਦੀ ਬਦਲੀ ਕਿੱਥੋਂ ਹੋ ਗਈ? ਨਾਭੇ ਤੋਂ ਪਟਿਆਲੇ ਦੀ। ਬੱਸਾਂ ਦੀ ਖੜਖੜ, ਗਰਮੀ, ਪਸੀਨਾ, ਭੀੜ ਤੇ ਕੰਡਕਟਰ ਦੀਆਂ ਬੇਹੂਦਾ ਹਰਕਤਾਂ ਅਸਭ ਬੋਲਾਂ ਤੋਂ ਉਹਦਾ ਡਾਢਾ ਜੀ ਕਾਲਾ ਪੈਂਦਾ। ਪਰ ਕੁਝ ਦਿਨਾਂ ਦੀ ਹੀ ਤੇ ਗੱਲ ਹੈ, ਸੋਚ ਉਹ ਸਭ ਕੁਝ ਚਰ ਲੈਂਦੀ। ਜਿਸ ਦਿਨ ਜੀਤ ਦੀ ਉਸ ਬੱਸ 'ਤੇ ਡਿਊਟੀ ਹੁੰਦੀ ਉਹ ਥੋੜ੍ਹੀ ਸੌਖੀ ਰਹਿੰਦੀ, ਕਿਉਂਕਿ ਉਸਦਾ ਕੰਡਕਟਰ ਬੜਾ ਸਾਊ ਦਿਸਦਾ ਸੀ। ਇੱਕ ਬੈਗ ਵਾਲੀ ਕੁੜੀ ਕਾਸੇ ਵਿੱਚ ਨੌਕਰ ਏ। ਇੱਕ ਦਿਨ ਰੋਜ਼ਾਨਾ ਸਫ਼ਰ ਕਰਨ ਵਾਲੇ ਇੱਕ ਮੁਸਾਫਿਰ ਨੇ ਜੀਤ ਨੂੰ ਪੁੱਛਿਆ, ਆਹੋ ਜੀ ਡਾਕਟਰ ਨਹੀਂ ਹੈ? ਵੱਡੀ ਡਾਕਟਰ ਨਹੀਂ ਆਂਦੇ ਨੇ, ਪੂਰਾ 300 ਰੁਪਇਆ ਤਨਖਾਹ ਲੈਂਦੀ ਹੈ। ਜੀਤ ਨੇ ਟਿਕਟ ਫੜਾਉਂਦਿਆਂ ਹੌਲੀ ਜਿਹੀ ਦੱਸਿਆ, ਜੀ ਅੱਜ ਕੱਲ੍ਹ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ, ਤਦੇ ਤਾਂ ਆਦਮੀਆਂ ਦਾ ਰੋਹਬ ਨਹੀਂ ਰਿਹਾ। ਨਾਲ ਹੀ ਸੀਟ 'ਤੇ ਬੈਠੇ ਅਧਖੜ ਜਿਹੇ ਬੰਦੇ ਨੇ ਕਿਹਾ, ਜੀ ਭਾਵੇਂ ਕਿੰਨਾ ਹੀ ਕਮਾਉਣ, ਘਰਾਣੀਆਂ ਦੀਆਂ ਕਾਹਨੂੰ ਆਦਮੀਆਂ ਸਾਹਮਣੇ ਅੱਖਾਂ ਚੁੱਕਦੀਆਂ ਨੇ। ਤੇ ਆਹ ਕੁੜੀ ਡਾਕਟਰ ਨੇ, ਮੈਂ ਕਈ ਵਾਰੀ ਪਟਿਆਲੇ ਜਾਂਦਾ ਰਹਿਣਾ, ਦੇਖੀ ਆ। ਸਹੁਰੇ ਤੇ ਜਾਣੇ ਮੂੰਹ ਵਿੱਚ ਬੋਲ ਹੀ ਨਹੀਂ। ਪਾਲੀ ਵੱਲ ਤੱਕਦਿਆਂ ਸੀਟ 'ਤੇ ਬੈਠੀ ਇੱਕ ਸਰਦਾਰ ਨੇ ਕਿਹਾ, ਯਾਰ ਰੱਬ ਸਾਡੇ ਵੀ ਕਿਸੇ ਫਿਕਰਾਂ ਵਿੱਚੋਂ ਹੀ ਰਹਿ ਗਿਆ। ਜਦੋਂ ਟਿਕਟ ਫੜਾਉਂਦਿਆਂ ਗੁਲਾਬੀ ਜੇ ਕੁੜਤੇ ਵਾਲੇ ਧੇਲੇ ਦੇ ਸ਼ੌਕੀਨ ਵੱਲ ਜੀਤ ਨੇ ਘੂਰ ਕੇ ਤੱਕਿਆ ਤੇ ਆਖਿਆ, ਕਿਉਂ ਬਈ ਓਏ, ਜਾਣ ਦੀ ਸਲਾਹ ਹੈ? ਲਾ ਦਿਆਂ ਹੁਣੇ ਇੱਥੇ ਪੁੰਜੇ। ਮੈਂ ਤਾਂ ਕੰਡਕਟਰ ਸਾਹਿਬ ਕੁਝ ਨਹੀਂ ਆਖਿਆ, ਐਵੇਂ ਕਾਹਨੂੰ ਗਰਮ ਹੁੰਦੇ ਹੋ? ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ ਉਹ ਅੱਗੋਂ 10 ਦਾ ਨੋਟ ਕੱਢ ਕੇ ਫੜਾਉਣ ਲੱਗੀ। ਭਾਨ ਤਾਂ ਹੈ ਨਹੀਂ ਮੇਰੇ ਕੋਲੇ, ਚਲੋ ਪੈਸੇ ਕੱਲ੍ਹ ਦੇ ਦੇਣਾ, ਆਖ ਉਹ ਅਗਾਂਹ ਲੰਘ ਗਿਆ। ਠੀਕ ਹੈ, ਕਿੰਨੇ ਪੈਸੇ ਦਿੱਤੇ ਸੀ ਪਾਲੀ ਨੇ? 10 ਰੁਪਏ। ਔਰ ਕੰਡਕਟਰ ਨੇ ਉਹ ਤੋਂ ਕੀ ਮੰਗੀ ਸੀ? ਕੀ ਕਿਹਾ ਸੀ ਕਿ ਉਹਦੇ ਕੋਲੇ ਭਾਨ ਨਹੀਂ ਹੈ। ਠੀਕ ਹੈ, ਅੱਗੋਂ ਇੱਕ ਬੁੱਢੀ
ਇਹਨੇ ਵੀ ਹੋਰ 10 ਦਾ ਨੋਟ ਫੜਾਇਆ। ਮਾਈ ਟੁੱਟੇ ਪੈਸੇ ਨਹੀਂ ਮੇਰੇ ਕੋਲੇ, 10.5 ਆਨੇ ਸਾਰੇ ਭਾੜੇ ਦੇ ਹੁੰਦੇ ਨੇ ਤੇ ਸਾਰਾ ਨੋਟ ਕੱਢ ਕੇ ਫੜਾਉਂਦੇ ਹੋ, ਚੰਗਾ ਜਾ ਪੈਸਾ ਬਣਾ ਲਿਆ ਉਤਰ ਕੇ। ਜੀਤ ਨੇ ਜ਼ਰਾ ਸਖਤ ਆਵਾਜ਼ ਨਾਲ ਕਿਹਾ। ਤਾਂ ਜੀਤ ਨੇ ਬੁੱਢੀ ਨੂੰ ਕੀ ਕਿਹਾ ਸੀ? ਜੀਤ ਨੇ ਕਿਹਾ ਸੀ ਕਿ ਉਹ ਪੈਸੇ ਬਣਾ ਲਿਆਵੇ। ਠੀਕ ਹੈ ਵੇ ਪੁੱਤਾ, ਐਨੇ ਨੂੰ ਤਾਂ ਬੱਸ ਤੁਰ ਜਾਵੇ, ਮੈਂ ਤਾਂ ਜ਼ਰੂਰੀ ਜਾਣਾ ਹੈ, ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇ ਦੇਵੇਂ। ਬੁੱਢੀ ਨੇ ਤਰਲੇ ਨਾਲ ਆਖਿਆ। ਅੱਛਾ ਮੈਂ ਬੈਠ ਜਾ। ਆਖ ਉਹ ਟਿਕਟ ਕੱਟਣ ਲੱਗ ਪਿਆ। ਪਾਲੀ ਆਪਣੇ ਹਸਪਤਾਲ ਮਰੀਜ਼ਾਂ, ਦਵਾਈਆਂ, ਨਰਸਾਂ, ਡਿਊਟੀਆਂ ਬਾਰੇ ਸੋਚ ਰਹੀ ਸੀ। ਬੱਸ ਰਖੜਾ, ਕਲਿਆਣ ਤੇ ਰੋਲੇ ਪਿੱਛੋਂ ਛੱਡਦੀ ਹੋਈ ਚੁੰਗੀ ਕੋਲ ਪਹੁੰਚ ਗਈ ਸੀ। ਯਾਰ ਅੱਜ ਇੱਧਰ ਦੀ ਚੱਲੀ, ਨੀਲਾ ਭਵਨ ਕੰਨੀ ਦੀ। ਜੀਤ ਨੇ ਡਰਾਈਵਰ ਨੂੰ ਕਿਹਾ। ਗੁਰਦੁਆਰੇ ਵੱਲ ਜਾਣ ਵਾਲੀਆਂ ਸਵਾਰੀਆਂ ਜ਼ਰਾ ਬੁੜਬੜਾਈਆਂ, ਪਰ ਹੁਣ ਤੱਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ ਪੈ ਚੁੱਕੀ ਸੀ। ਫੂਲ ਸਿਨੇਮਾ ਕੋਲ ਡਾਕਟਰ ਨੇ ਘੰਟੀ ਵਜਾ ਕੇ ਬੱਸ ਰੋਕ ਲਈ ਤੇ ਬਾਰੀ ਖੋਲ੍ਹਦਿਆਂ ਪਾਲੀ ਨੂੰ ਆਖਣ ਲੱਗਾ, ਤੁਸੀਂ ਇੱਥੇ ਉਤਰ ਜਾਓ, ਹਸਪਤਾਲ ਨੇੜੇ ਰਹੂਗਾ। ਪਾਲੀ ਕਾਹਲੀ ਨਾਲ ਉਤਰ ਗਈ। ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ। ਵਿਚਾਰਾ ਬੜਾ ਚੰਗਾ ਕੰਡਕਟਰ ਹੈ। ਉਹਨੂੰ ਇੱਕ ਵਾਰੀ ਖਿਆਲ ਆਇਆ। ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆਂ ਜਦੋਂ ਸਟੇਸ਼ਨ 'ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ। ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ। ਕਿਸੇ ਬੱਸ ਦਾ ਇੱਕ ਕੰਡਕਟਰ ਕਮੀਜ਼ ਦੇ ਗਲਮੇ ਦੇ ਬਟਨ ਖੋਲ ਅਵਾਰਾ ਫਿਲਮ ਦਾ ਗਾਣਾ ਗੁਣਗੁਣਾਉਂਦਾ 2-3 ਵਾਰੀ ਪਾਲੀ ਦੇ ਅੱਗੇ ਦੀ ਲੰਘਿਆ। ਪਤਾ ਨਹੀਂ ਕਿਉਂ ਲੋਕੀ ਇਸ ਵੱਲ ਅੱਖਾਂ ਪਾੜ ਤੱਕਦੇ ਸਨ। ਅਗਲੇ ਦਿਨ ਫਿਰ ਚਾਂਸ ਹੋਇਆ ਕਿ ਜਦੋਂ ਉਹ ਨਾਭੇ ਅੱਡੇ 'ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਤੇ ਬਿਨਾਂ ਟਿਕਟੋਂ ਵਾਧੂ ਸਵਾਰੀਆਂ ਨੂੰ ਜੀਤ ਫੜ ਉਤਾਰ ਰਿਹਾ ਸੀ। ਉਹ ਇੱਕ ਪਲ ਪਾਲੀ ਕੋਲ ਆਇਆ ਤੇ ਆਖਣ ਲੱਗਾ, ਤੁਸੀਂ ਅਗਲੀ ਸੀਟ 'ਤੇ ਝੋਲਾ ਚੁੱਕ ਕੇ ਬੈਠ ਜਾਵੋ, ਤੁਹਾਡੀ ਖਾਤਰ ਸੀਟ ਰੱਖੀ ਹੈ। ਕਈ ਘੂਰ ਦੀਆਂ ਨਜ਼ਰਾਂ ਕੋਲੋਂ ਲੰਘ ਪਾਲੀ ਸੀਟ 'ਤੇ ਜਾ ਬੈਠੀ ਤੇ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰ ਦਿੱਤੀ। ਇਹ ਤਾਂ ਵਿਚਾਰਾ ਬੜਾ ਚੰਗਾ ਕੰਡਕਟਰ ਹੈ। ਪਾਲੀ ਨੂੰ ਦਿਲ ਵਿੱਚ ਇੱਕ ਵਾਰੀ ਫੇਰ ਖਿਆਲ ਆਇਆ। ਬਦਲੀ ਮੁੜ ਨਾਭੇ ਦੀ ਕਰਾਉਣ ਵਿੱਚ ਜਿਉਂ ਦੇਰ ਹੋ ਰਹੀ ਸੀ, ਪਾਲੀ ਦੁਖੀ ਰਹਿੰਦੀ। ਬੱਸਾਂ ਦੀ ਖੜ ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ 'ਤੇ ਚੜ੍ਹੇ ਰਹਿੰਦਾ। ਕਈ ਵਾਰ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ, ਉਹਦੇ ਵਧੀਆ ਕੱਪੜੇ ਵੱਟੋ ਵੱਟ ਹੋ ਜਾਂਦੇ ਤੇ ਜੇ ਕਿਸੇ ਕੋਲੋਂ ਆਉਂਦੇ ਪਸੀਨੇ ਦੀ ਬੋ ਉਹਦਾ ਸਿਰ ਚਕਰਾਉਣ ਲਾ ਦਿੰਦੀ। ਫਿਰ ਇੱਕ ਦਿਨ ਜਦੋਂ ਪਾਲੀ ਪੈਸੇ ਦੇਣ ਲੱਗੀ, ਨਹੀਂ ਬੀਬੀ ਰਹਿਣ ਦਿਓ, ਆਖ ਜੀਤ ਅੱਗੇ ਲੰਘ ਗਿਆ। ਨਹੀਂ ਭਾਈ ਪੈਸੇ ਲੈ। ਪਾਲੀ ਨੇ ਜ਼ੋਰ ਲਾਇਆ। ਕੀ ਫਰਕ ਪੈ ਚੱਲਿਆ? ਆਖ ਉਹ ਹੋਰ ਅਗਾਂਹ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ। ਝਗੜਾ ਕਰਨਾ ਪਾਲੀ ਨੂੰ ਚੰਗਾ ਨਾ ਲੱਗਿਆ ਤੇ ਉਹ ਚੁੱਪ ਕਰਕੇ ਬੈਠ ਗਈ। ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਾ ਲਏ। ਉਹਨੂੰ ਇਹ ਚੰਗਾ ਨਾ ਲੱਗਿਆ। 300 ਰੁਪਇਆ ਕਮਾਉਣ ਵਾਲੀ ਡਾਕਟਰ ਕੁੜੀ 10.5 ਆਨੇ ਭਲਾ ਕੀ ਮਾਇਨੇ ਰੱਖਦੇ ਹਨ। ਅਗਲੇ ਦਿਨ ਉਹ ਜਾਣ ਕੇ 5 ਮਿੰਟ ਦੇਰ ਨਾਲ ਗਈ। ਉਸਨੇ ਸੋਚਿਆ ਅੱਜ ਪਿੱਪਲ ਬੱਸ 'ਤੇ ਨਹੀਂ ਸਗੋਂ ਪੈਪਸੂ ਰੋਡਵੇਜ਼ 'ਤੇ ਜਾਵਾਂਗੀ। ਕੀ ਫਜ਼ੂਲ ਗੱਲ ਕਿ ਸਵਾਰੀ ਤੋਂ ਪੈਸੇ ਨਾ ਲਈ ਜਾਣ। ਪਰ ਉਹ ਦੇਖ ਕੇ ਹੈਰਾਨ ਹੋਇਆ ਕਿ ਡਰਾਈਵਰ ਬੱਸ ਸਟਾਰਟ ਕਰੀ ਖੜਾ ਸੀ ਤੇ ਕੰਡਕਟਰ ਨੂੰ ਵਾਜਾਂ ਮਾਰ ਰਿਹਾ ਸੀ। ਓਏ ਆਉਣਾ ਹੁਣ, ਕਿਉਂ ਭੈਰ ਮੀਂਹ ਵੱਢੀ ਹੈ? ਐਡੀ ਛੇਤੀ ਜਾਣੇ ਮੀਂਹ ਆਉਂਦਾ ਹੈ। ਜੀਤ ਨੇ ਹੌਲੀ ਆਉਂਦਿਆਂ ਆਖਿਆ। ਅੱਗੇ ਪਹੁੰਚਣਾ ਹੈ ਕਿ ਨਹੀਂ? ਮੜਕਾਂ ਨਾਲ ਹੀ ਆਉਣਾ ਹੈ, ਡਰਾਈਵਰ ਬੋਲਿਆ। ਚਲੋ ਬੀਬੀ ਬੈਠੋ ਅਗਲੀ ਸੀਟ 'ਤੇ। ਤਾਕੀ ਖੋਲ੍ਹਦਿਆਂ ਜੀਤ ਨੇ ਕਿਹਾ, ਮੇਮ ਸਾਹਿਬ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ? ਪਿੱਛਿਓਂ ਨਾਭੇ ਤੋਂ ਪਟਿਆਲੇ ਹਰ ਰੋਜ਼ ਜਾਣ ਵਾਲਾ ਇੱਕ ਕਲਰਕ ਹੌਲੀ ਜੀ ਬੋਲਿਆ। ਜੀਤ ਨੇ ਘੂਰ ਕੇ ਉਹਦੇ ਵੱਲ ਦੇਖਿਆ। ਸਭ ਚੁੱਪ ਕਰ ਗਏ। ਬੱਸ ਤੁਰ ਪਈ। ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ-ਵਾਰ ਆਖਣ 'ਤੇ ਜੀਤ ਨੇ ਨਾ ਕਰ ਦਿੱਤੀ। ਪਾਲੀ ਨੂੰ ਡਾਢਾ ਗੁੱਸਾ ਆਇਆ। ਇਹ ਬੇਈਮਾਨੀ ਵਿੱਚ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਹੈ। ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ। ਪਰ ਕੰਪਨੀ ਨਾਲ ਤਾਂ ਧੋਖਾ ਹੀ ਹੈ ਨਾ। ਉਹ ਸੋਚ ਹੀ ਰਹੀ ਸੀ ਕਿ ਬੱਸ ਖੜੀ ਘਰ ਇੱਕ ਚੈਕਰ ਚੜ੍ਹ ਗਿਆ। ਲੋਕਾਂ ਦੀਆਂ ਜਦੋਂ ਟਿਕਟਾਂ ਦੇਖ ਰਿਹਾ ਸੀ ਤਾਂ ਪਾਲੀ ਤੇਲੀ ਹੋ ਗਈ। ਕਿੱਡੀ ਸ਼ਰਮ ਦੀ ਗੱਲ ਹੈ ਕਿ ਮੇਰੇ ਕੋਲ ਟਿਕਟ ਹੀ ਨਹੀਂ। ਮੈਂ ਆਖ ਦਿਆਂਗੀ ਕਿ ਕੰਡਕਟਰ ਨੇ ਦਿੱਤੀ ਹੀ ਨਹੀਂ, ਮੈਂ ਮੰਗਿਆ ਸੀ। ਉਸਨੇ ਸੋਚਿਆ, ਪਰ ਬੇਚਾਰਾ ਫਸੇਗਾ। ਨਹੀਂ ਕਹਿ ਦਿਆਂਗੀ ਮੈਂ ਲੈਣਾ ਭੁੱਲ ਗਈ। ਪਰ ਨਹੀਂ, ਮੈਂ ਕਾਹਨੂੰ ਝੂਠ ਬੋਲਣਾ। ਉਹਦੇ ਅੰਦਰ ਬਹਿਸ ਹੋਣ ਲੱਗੀ। ਐਨੇ ਨੂੰ ਚੈਕਰ ਉਹਦੇ ਕੋਲੇ ਆ ਗਿਆ। ਜੀ ਟਿਕਟ। ਚੈਕਰ ਨੇ ਅਜੇ ਆਖਿਆ ਹੀ ਸੀ ਕਿ ਜੀਤ ਨੇ ਆਪਣੀ ਜੇਬ ਵਿੱਚੋਂ ਟਿਕਟ ਕੱਢ ਕੇ ਕਿਹਾ, ਇਹ ਬੀਬੀ ਮੇਰੀ ਭੈਣ ਹੈ, ਇਹਨਾਂ ਦਾ ਟਿਕਟ ਮੇਰੇ ਕੋਲ ਹੈ। ਟਿਕਟ ਵੇਖ ਕੇ ਚੈਕਰ ਇੱਕ ਵਾਰੀ ਗੋਡਿਆਂ ਤੋਂ ਘਸੇ ਪਜਾਮੇ ਤੇ ਕੋਹਨੀਆਂ ਤੋਂ ਫਟੇ ਖਾਕੀ ਕੱਪੜਿਆਂ ਵਾਲੇ ਕੰਡਕਟਰ ਤੇ ਕੀਮਤੀ ਸਾੜੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਵਿੱਚ ਮੁਸਕਰਾਇਆ। ਜੀਤ ਲੋਹਾ ਲਾਖਾ ਹੋ ਗਿਆ। ਚੈਕਰ ਛੇਤੀ ਨਾਲ ਬੱਸ ਵਿੱਚੋਂ ਉਤਰ ਗਿਆ। ਪਾਲੀ ਹੈਰਾਨ ਪਰੇਸ਼ਾਨ ਸੋਚ ਰਹੀ ਸੀ ਕਿ 60 ਰੁਪਇਆਂ ਵਿੱਚ ਗੁਜ਼ਾਰਾ ਕਰਨ ਵਾਲਾ ਖਬਰੇ ਕਿਸੇ ਦਿਨ ਰੋਟੀ ਖੂਨੋਂ ਵੀ ਐਵੇਂ ਹੀ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ। ਹਸਪਤਾਲ ਵਿੱਚ ਪਾਲੀ ਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਉਸਨੂੰ ਡਾਢੀ ਬੇਚੈਨੀ ਹੋਈ।
शाम ਨੂੰ ਜਦੋਂ ਅੱਡੇ 'ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ ਉਦਾਸ ਜੀਤ ਉਹਦੇ ਕੋਲੇ ਆਇਆ। ਮੇਰੀ ਵੱਡੀ ਭੈਣ ਦੀ ਲਾਹੌਰ ਡਾਕਟਰੀ ਵਿੱਚ ਪੜ੍ਹਦੀ ਸੀ। ਤਾਂ ਹੁਣ ਕੰਡਕਟਰ ਦੀ ਭੈਣ ਕਿੱਥੇ ਪੜ੍ਹਦੀ ਸੀ? ਲਾਹੌਰ ਪੜ੍ਹਦੀ ਸੀ। ਕੀ ਪੜ੍ਹਦੀ ਸੀ? ਡਾਕਟਰੀ ਦੀ ਪੜ੍ਹਾਈ ਪੜ੍ਹਦੀ ਸੀ। ਠੀਕ ਹੈ, ਹੱਲਿਆਂ ਵੇਲੇ ਉੱਥੇ ਹੀ ਮਾਰੀ ਗਈ ਅਤੇ ਉਹਨੂੰ ਕੀ ਹੋਇਆ ਸੀ? ਉਹ ਹੱਲਿਆਂ ਦੇ ਵਿੱਚ ਮਾਰੀ ਗਈ ਸੀ। ਬਾਕੀ ਘਰ ਦੇ ਵੀ ਮਰ ਗਏ। ਮੈਂ ਰੁਲਦਾ ਖੁੱਲਦਾ ਇੱਧਰ ਆ ਗਿਆ। ਪੜ੍ਹਾਈ ਵੀ ਕਿੱਥੋਂ ਹੋਣੀ ਸੀ? ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ। ਫਿਰ ਕੰਡਕਟਰ ਬਣ ਗਿਆ। ਤੁਹਾਡਾ ਬੈਗ ਅਤੇ ਟੂਟੀਆਂ ਜੀਆਂ ਦੇਖ ਕੇ ਮੈਨੂੰ ਅਮਰਜੀਤ ਯਾਦ ਆ ਜਾਂਦੀ ਸੀ। ਅਤੇ ਹੁਣ ਇਹ ਅਮਰਜੀਤ ਕੌਣ ਹੈ? ਅਤੇ ਅੱਗਿਓਂ ਉਹਦਾ ਗਲਾ ਭਰ ਆਇਆ। ਅਮਰਜੀਤ ਉਹਦੀ ਭੈਣ ਸੀ ਬੱਸ ਕੰਡਕਟਰ ਦੀ। ਪਾਲੀ ਡਾਢੀ ਬੇਚੈਨ ਹੋਈ। ਉਹਨੂੰ ਸਮਝ ਨਾ ਲੱਗੇ ਕਿ ਉਹ ਕੀ ਆਖੇ। ਐਨੇ ਨੂੰ ਬੱਸ ਆ ਗਈ। ਉਹ ਕਾਹਲੀ ਨਾਲ ਉੱਧਰ ਨੂੰ ਤੁਰ ਪਈ ਅਤੇ ਪਾਲੀ ਉਹਨੂੰ ਜਾਂਦੇ ਨੂੰ ਡਾਢੀਆਂ ਮੂੰਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ। ਤਾਂ ਇਹ ਸੀ ਬੱਚਿਓ ਦਲੀਪ ਕੌਰ ਟਿਵਾਣਾ ਦੀ ਲਿਖੀ ਹੋਈ ਕਹਾਣੀ ਬੱਸ ਕੰਡਕਟਰ, ਜਿਸ ਦੇ ਵਿੱਚ ਕਿ ਇੱਕ ਬੱਸ ਕੰਡਕਟਰ ਦੀ ਮਨੋਦਸ਼ਾ ਦਾ ਵਰਣਨ ਕੀਤਾ ਗਿਆ ਹੈ, ਉਸਦੀ ਆਪਣੀ ਭੈਣ ਅਤੇ ਸਾਰੇ ਪਰਿਵਾਰ ਨੂੰ ਖੋਣ ਤੋਂ ਬਾਅਦ। ਠੀਕ ਹੈ, ਕਿ ਕਿਸ ਤਰ੍ਹਾਂ ਉਹ ਜਿਹੜੇ ਇੱਕ ਲੇਡੀ ਡਾਕਟਰ ਪਾਲੀ ਨੂੰ ਵੇਖ ਕੇ ਉਸਨੂੰ ਆਪਣੀ ਭੈਣ ਦੀ ਯਾਦ ਆਉਂਦੀ ਹੈ ਅਤੇ ਉਹ ਉਸ ਵਿੱਚ ਆਪਣੀ ਭੈਣ ਨੂੰ ਲੱਭਣ ਲੱਗ ਪੈਂਦਾ ਹੈ ਅਤੇ ਉਸਨੂੰ ਭੈਣ ਹੀ ਜਾਪਣ ਲੱਗਦੀ ਹੈ ਉਹ। ਇਸ ਕਹਾਣੀ ਦੀ ਦੁਹਰਾਈ ਲਈ ਬੱਚਿਓ ਆਪਾਂ ਇਸ ਵਿੱਚ ਆਏ ਹੋਏ ਕੁਝ ਪ੍ਰਸ਼ਨ ਕਰ ਲੈਂਦੇ ਹਾਂ। ਦਲੀਪ ਕੌਰ ਟਿਵਾਣਾ ਦੀ ਲਿਖੀ ਹੋਈ ਕਹਾਣੀ ਕਿਹੜੀ ਹੈ? ਬੱਸ ਕੰਡਕਟਰ। ਬੱਸ ਕੰਡਕਟਰ ਕਹਾਣੀ ਸੰਤੋਖ ਸਿੰਘ ਧੀਰ ਦੀ ਰਚਨਾ ਹੈ। ਹਾਂ ਜਾਂ ਨਾ? ਗਲਤ ਹੈ ਇਹ ਜੀ ਉੱਤਰ। ਫਿਰ ਇਸ ਦੇ ਵਿੱਚ ਸਾਰੇ ਕੈਰੈਕਟਰਸ ਦਾ ਨਾਂ ਦਿੱਤਾ ਹੋਏਗਾ ਤੁਹਾਨੂੰ। ਠੀਕ ਹੈ, ਜਿਵੇਂ ਬੱਸ ਕੰਡਕਟਰ ਜੀਤ, ਡਾਕਟਰ ਪਾਲੀ, ਮੁਸਾਫਰ, ਇੱਕ ਅੱਥਖੜ ਬੰਦਾ, ਇੱਕ ਸਰਦਾਰ, ਇੱਕ ਧੇਲੇ ਦਾ ਸ਼ੌਕੀਨ, ਇੱਕ ਬੁੱਢੀ ਕਲਰਕ। ਇਸ ਕਹਾਣੀ ਦੇ ਕਿਸ ਕਹਾਣੀ ਦੇ ਪਾਤਰ ਹਨ? ਇਹ ਬੱਸ ਕੰਡਕਟਰ ਕਹਾਣੀ ਦੇ ਪਾਤਰ ਹਨ। ਪਾਲੀ ਕੀ ਕੰਮ ਕਰਦੀ ਸੀ? ਡਾਕਟਰੀ। ਪਾਲੀ ਦੀ ਤਨਖਾਹ ਕਿੰਨੀ ਸੀ? 300 ਰੁਪਏ। ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਕਿੱਥੇ ਹੋ ਗਈ ਸੀ? ਪਟਿਆਲੇ। ਪਾਲੀ ਨੇ ਟਿਕਟ ਲੈਣ ਲਈ ਕਿੰਨੇ ਰੁਪਏ ਕੱਢੇ? ਜਾਂ ਬੁੱਢੀ ਔਰਤ ਨੇ ਟਿਕਟ ਲੈਣ ਲਈ ਕਿੰਨੇ ਰੁਪਏ ਕੱਢੇ? ਤਾਂ ਇਹ ਦੋਨੋਂ ਤਰ੍ਹਾਂ ਅਲੱਗ-ਅਲੱਗ ਕੁਐਸਚਨ ਆ ਸਕਦੇ ਆ ਬੱਚੀ। ਇਹਦਾ ਆਨਸਰ ਇੱਕ ਹੀ ਹੋਏਗਾ, 10 ਦਾ ਨੋਟ। ਫਿਰ ਹੈ ਜੀ, ਜਦੋਂ ਪਾਲੀ ਨੇ ਟਿਕਟ ਲੈਣ ਲਈ 10 ਦਾ ਨੋਟ ਕੱਢਿਆ ਤਾਂ ਜੀਤ ਨੇ ਉਸਨੂੰ ਕੀ ਕਿਹਾ? ਜਦੋਂ ਪਾਲੀ ਨੇ ਟਿਕਟ ਲੈਣ ਲਈ 10 ਦਾ ਨੋਟ ਕੱਢਿਆ ਤਾਂ ਜੀਤ ਨੇ ਉਸਨੂੰ ਕਿਹਾ ਕਿ ਪੈਸੇ ਅਗਲੇ ਦਿਨ ਦੇ ਦੇਵੇ। ਜਦੋਂ ਇੱਕ ਬੁੱਢੀ ਨੇ ਟਿਕਟ ਲੈਣ ਲਈ 10 ਦਾ ਨੋਟ ਕੱਢਿਆ ਤਾਂ ਜੀਤ ਨੇ ਉਸਨੂੰ ਉੱਤਰ ਦੇ ਕੇ ਕੀ ਕਰਨ ਲਈ ਕਿਹਾ? ਜੀਤ ਨੇ ਉਸਨੂੰ ਪੈਸੇ ਬਣਾਉਣ ਲਈ ਕਿਹਾ। ਜੀਤ ਨੇ ਪਾਲੀ ਨੂੰ ਕਿੱਥੇ ਉਤਾਰਿਆ? ਜੀਤ ਨੇ ਪਾਲੀ ਨੂੰ ਹਸਪਤਾਲ ਦੇ ਕੋਲ ਉਤਾਰਿਆ। ਭਰੀ ਹੋਈ ਬੱਸ ਵਿੱਚ ਪਾਲੀ ਲਈ ਸੀਟ ਕਿਸ ਨੇ ਰੱਖੀ ਹੋਈ ਸੀ? ਭਰੀ ਹੋਈ ਬੱਸ ਵਿੱਚ ਸੀਟ ਜੀਤ ਕੰਡਕਟਰ ਨੇ ਰੱਖੀ ਹੋਈ ਸੀ। ਕੰਡਕਟਰ ਨੇ ਟਿਕਟ ਚੈਕਰ ਨੂੰ ਪਾਲੀ ਦਾ ਆਪਣੇ ਨਾਲ ਕੀ ਰਿਸ਼ਤਾ ਦੱਸਿਆ? ਕੰਡਕਟਰ ਨੇ ਟਿਕਟ ਚੈਕਰ ਨੂੰ ਪਾਲੀ ਦਾ ਆਪਣੇ ਨਾਲ ਭੈਣ ਦਾ ਰਿਸ਼ਤਾ ਦੱਸਿਆ। ਜੀਤ ਕੰਡਕਟਰ ਦੀ ਤਨਖਾਹ ਕਿੰਨੀ ਸੀ? 60 ਰੁਪਏ। ਜੀਤ ਕੰਡਕਟਰ ਦੀ ਭੈਣ ਕੀ ਬਣਨਾ ਚਾਹੁੰਦੀ ਸੀ? ਡਾਕਟਰ। ਜੀਤ ਕੰਡਕਟਰ ਦੀ ਭੈਣ ਕਿੱਥੇ ਡਾਕਟਰੀ ਜਿਹੜੀ ਸੀ ਕਰਦੀ ਸੀ? ਲਾਹੌਰ ਵਿੱਚ। ਜੀਤ ਕੰਡਕਟਰ ਦੀ ਭੈਣ ਕਦੋਂ ਮਾਰੀ ਗਈ ਸੀ? ਦੇਸ਼ ਵੰਡ ਦੇ ਹੱਲਿਆਂ ਵੇਲੇ। ਜੀਤ ਕੰਡਕਟਰ ਦੇ ਘਰ ਦੇ ਸਾਰੇ ਜੀਅ ਕਿੱਥੇ ਮਾਰੇ ਗਏ ਸਨ? ਲਾਹੌਰ ਵਿੱਚ ਹੱਲਿਆਂ ਵੇਲੇ। ਜੀਤ ਕੰਡਕਟਰ ਦੀ ਭੈਣ ਦਾ ਨਾਂ ਕੀ ਸੀ? ਅਮਰਜੀਤ। ਜੀਤ ਕੰਡਕਟਰ ਨੂੰ ਪਾਲੀ ਨੂੰ ਦੇਖ ਕੇ ਕੌਣ ਯਾਦ ਆ ਜਾਂਦਾ ਸੀ? ਜੀਤ ਕੰਡਕਟਰ ਨੂੰ ਪਾਲੀ ਨੂੰ ਵੇਖ ਕੇ ਆਪਣੀ ਭੈਣ ਅਮਰਜੀਤ ਯਾਦ ਆ ਜਾਂਦੀ ਸੀ। ਹਸਪਤਾਲ ਵਿੱਚ ਪਾਲੀ ਨੂੰ ਕਿਹੜੀ ਗੱਲ ਬੇਚੈਨ ਕਰ ਰਹੀ ਸੀ? ਹਸਪਤਾਲ ਵਿੱਚ ਪਾਲੀ ਨੂੰ ਬੱਸ ਕੰਡਕਟਰ ਦਾ ਭੈਣ ਪਿਆਰ ਜਿਹੜਾ ਸੀਗਾ ਉਹ ਪਰੇਸ਼ਾਨ ਕਰ ਰਿਹਾ ਸੀ। ਠੀਕ ਹੈ, ਕਿਉਂਕਿ ਜਿਹੜੀ ਪਾਲੀ ਸੀ ਉਹ ਬੱਸ ਕੰਡਕਟਰ ਬਾਰੇ ਗਲਤ ਸੋਚ ਰਹੀ ਸੀ, ਲੇਕਿਨ ਬੱਸ ਕੰਡਕਟਰ ਉਸ ਵਿੱਚ ਆਪਣੀ ਮਰੀ ਹੋਈ ਭੈਣ ਅਮਰਜੀਤ ਨੂੰ ਵੇਖਦਾ ਸੀ ਅਤੇ ਇੱਕ ਭਰਾ ਵਰਗਾ ਮੋਹ ਰੱਖਦਾ ਸੀ। ਤਾਂ ਇਹ ਸੀ ਬੱਚਿਓ ਬਹੁਤ ਹੀ ਸੁੰਦਰ ਕਹਾਣੀ, ਜਿਸ ਵਿੱਚ ਕਿ ਇੱਕ ਬੱਸ ਕੰਡਕਟਰ ਦੀ ਮਨੋਦਸ਼ਾ ਦਾ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਦਲੀਪ ਜੀ ਨੇ ਵਰਣਨ ਕੀਤਾ ਹੈ। ਉਮੀਦ ਕਰਦੀ ਹਾਂ ਤੁਸੀਂ ਇਹ ਕਹਾਣੀ ਐਂਡ ਤੱਕ ਜਿਹੜੀ ਹੈ ਵੀਡੀਓ ਦੇਖੀ ਹੋਏਗੀ ਅਤੇ ਸੁਣੀ ਹੋਏਗੀ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ। ਰੱਬ ਰਾਖਾ।